टिकवै नाहि असात। हरि सोहीरा छाड़ के करहि आन की आस। तीनार दोजक जाएंगे सत पाखै रविदास। दोजक जाएंगे सत पाखै रविदास। जो हर रूपी परमात्मा उस ईश्वर का सिमरन नहीं करनगे, उस दी मर्यादा अनुसार जीवन नहीं जिउणगे। सतगुरु पातशाह जी समझाते कि वह दुखों दे विच जीवन बतीत करनगे। इसलिए अज आपां संत सम्मेलन दे दरम्यान आत्म मंथन करना है। आत्म मंथन अपने आप नूं जानना, अपनियां आदतां ते निगाह मारनी, क्योंकि सत्संग एक ऐसा दर्पण है जिस विच इंसान अपने आदतां अपने आप नूं देखदा है। सत्संग दे विच आके इंसान नूं अपने आप दी सोझी आउंदी है। सत्संग जो सत दा संग है, जिथे सच दा ज्ञान हुंदा है, जिथे सच दी गल हुंदी है। ते गुरु प्रेमियों, सतगुरु रविदास महाराज जी सत विद्या को पढ़े प्राप्त करे जो ज्ञान। जो सत दा ज्ञान प्राप्त करता है उही इंसान पूर्ण हुंदा है। अज असीं सत्संग करते हाँ, संत सम्मेलन भी कराउंदे हाँ, परंतु उस दे विचों जो सानू मोरल सिट्टा नतीजा है वो सानू प्राप्त नहीं हो रहा। जिस तरह आपां जम्मण भी लाउंदे हैं, दही जम भी जांदा मधानी दे नाल बिलोंदे भी हैं, पर मक्खण की प्राप्ति नहीं हो रही। मतलब कि असीं एक नहीं हो रहे, साडी ताकत नहीं बन रही जो गुरु रविदास महाराज जी समझाउंदे। सानू एका करना पैना, और एका भी किहो जिहा। सतगुरु पातशाह जी समझाउंदे कि सत संगत मिल रही है माधो जैसे मधुप मखीरा। मधुमक्खियां वाला एका। और गुरु प्रेमीए, जिस दिन सानू एका करना आ गया, उस दिन सानू अपना ज्ञान, अपनी कौम का ज्ञान, अपने रहबरां का ज्ञान पूर्ण रूप दे विच प्राप्त हो जाएगा। क्योंकि अपनी यूनिटी तो बिना कुछ भी संभव नहीं है। उदाहरण के तौर पे आपां सब परमात्मा नूं प्राप्त करना चाहुंदे हां, सब ईश्वर नूं प्राप्त करना चाहुंदे हैं, पर ईश्वर नूं प्राप्त करने वास्ते साडे कोल 5 कर्म इंद्रियां, 5 ज्ञान इंद्रियां। ਜਦੋਂ तक असी कर्म इंद्रियां ते ज्ञान इंद्रियां नूं अपने मन वल नहीं जोड़ते,
ਉਦੋਂ ਤੋਂ ਪਹਿਲਾਂ ਤੁਸੀਂ ਕਦੇ ਵੀ ਪਰਮਾਤਮਾ ਦਾ ਅਨੁਭਵ ਨਹੀਂ ਕਰ ਸਕਦੇ। ਜਦੋਂ ਤੁਸੀਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਨੂੰ ਮਨ ਦੇ ਨਾਲ ਜੋੜ ਲਵੋਗੇ, ਫਿਰ ਤੁਹਾਡੇ ਮਨ ਦੇ ਵਿੱਚੋਂ ਹੀ ਉਸ ਨਿਰੰਕਾਰ ਦੇ ਦਰਸ਼ਨ ਹੋਣਗੇ, ਪਰਮ ਪਿਤਾ ਦੀ ਪ੍ਰਾਪਤੀ ਹੋਏਗੀ, ਉਹ ਆਨੰਦ ਨਾਲ ਜੁੜੋਗੇ। ਕਿਉਂਕਿ ਅਸੀਂ ਖੋਜ ਦੇ ਬਾਹਰ ਹਾਂ। ਜਿਸ ਦਿਨ ਸਾਨੂੰ ਖੋਜਣ ਦਾ ਸਹੀ ਤਰੀਕਾ ਪਤਾ ਲੱਗ ਗਿਆ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਝਾਇਆ, ਉਸ ਦਿਨ ਸਾਡਾ ਜੀਵਨ ਕੁਝ ਹੋਰ ਹੋਏਗਾ। ਐਵੇਂ ਨਹੀਂ ਬਾਬਾ ਬੁੱਲੇ ਸ਼ਾਹ ਜੀ ਨੇ ਕਿਹਾ ਕਿ ਮੰਦਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਛ ਢਹਿੰਦਾ, ਪਰ ਕਿਸੇ ਦਾ ਦਿਲ ਨਾ ਤੋੜੀ, ਕਿਉਂਕਿ ਦਿਲ ਵਿੱਚ ਮੌਲਾ ਰਹਿੰਦਾ ਹੈ। ਅੱਜ ਅਸੀਂ ਕਹਿੰਦੇ ਦਿਲ ਟੁੱਟਦਾ ਟੁੱਟ ਜਾ, ਪਰ ਮੰਦਰ ਬਚਣਾ ਚਾਹੀਦਾ ਹੈ। ਅੱਜ ਅਸੀਂ ਸੋਚਦੇ ਹਾਂ ਕਿ ਇਹ ਸੰਸਾਰਿਕ ਮੰਦਰਾਂ ਦੇ ਨਾਲ ਸਾਡੀ ਸ਼ੋਭਾ ਹੈ, ਪਰ ਇਹ ਗੱਲ ਖਿਆਲ ਰੱਖਣਾ, ਤੁਹਾਡੀ ਸ਼ੋਭਾ ਤੁਹਾਡੇ ਚੰਗੇ ਕਰਮਾਂ ਦੇ ਕਰਕੇ ਹੈ। ਚੰਗੇ ਅਮਲ ਕਮਾਵਾਂਗੇ ਤਦ ਹੋਣਾ। ਆਓ ਸਤਿਗੁਰਾਂ ਦਾ ਪਾਵਨ ਸ਼ਬਦ ਹੈ, ਖੋਜਤ ਕਿੱਥੋਂ ਫਿਰੈ ਤੇਰੇ ਘਟ ਮਹਿ ਸਿਰਜਣਹਾਰ। ਇਸ ਦੇ ਨਾਲ ਹੀ ਕੀਰਤਨ ਦੀ ਪ੍ਰਾਰੰਭਤਾ ਹੋਏਗੀ। ਸਾਰਿਆਂ ਨੇ ਆਪਣੇ ਆਤਮਿਕ ਮਨ ਦੇ ਵਿੱਚ ਸੁਰਤੀ ਲਗਾਉਣੀ, ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਦੇਖਣਾ ਹੈ, ਕਿਉਂਕਿ ਸਤਸੰਗ ਦੇ ਵਿੱਚ ਅਸੀਂ ਆਪਣੇ ਆਪ ਨੂੰ ਜਾਣਨਾ ਹੈ। ਇਸ ਲਈ ਆਓ ਸਾਰੇ ਮਿਲ ਕੇ ਮਨ ਇਕਾਗਰ ਕਰੀਏ ਔਰ ਸਤਸੰਗ ਦੇ ਨਾਲ ਜੁੜੀਏ। ਜੈ ਗੁਰੂਦੇਵ। ਸਤਿਨਾਮ ਸਤਿਨਾਮ ਹਰ ਹਰ ਸੋਹੰਗ ਸਤਿਨਾਮ 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 ਜੀ 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 ਹਰ ਹਰ ਸੋਹੰਗ 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 ਸਤਿਨਾਮ ਜੀ ਸਤਿਨਾਮ 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 ਜੀ ਸਤਿਨਾਮ 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 ਜੀ हर हर के ही सदा सुखी रहिए हर हर के ही सदा सुखी रहिए हर हर के ही सदा सुखी रहिए हर हर के ही सदा सुखी रहिए
ਸਤਨਾਮ 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 ਜੀ। ਸਤਨਾਮ ਸਤਨਾਮ ਸਭ ਕਿਰਪਾ ਕਰੋ। ਸਤਨਾਮ ਜੀ। ਸਤਨਾਮ 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 ਜੀ। ਸਤਨਾਮ 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 ਜੀ। ਹਰ ਹਰ ਸੋਹੰਗ 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 ਸਤਨਾਮ 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 ਜੀ। ਸਤਨਾਮ 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 ਜੀ। ਸਤਨਾਮ 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 ਜੀ। ਸਤਨਾਮ 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 ਜੀ। ਆਦਿ ਸੇ ਪ੍ਰਗਟ ਭਇਆ ਭਇਆ ਨਾ ਜਾ ਕੋ ਅੰਤ। ਸत्य ਧਰਮ ਰਵਿਦਾਸ ਕਾ ਕੋ ਵਿਰਲਾ ਜਾਣੇ ਸੰਤ। ਇਸ ਲਈ ਗੁਰੂ ਰਵਿਦਾਸ ਜੀ ਨੂੰ ਜਾਣਨਾ ਹੈ ਤਾਂ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਅਪਣਾਉਣੀ ਪਵੇਗੀ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ। ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੀ ਹੁੰਦਾ ਹੈ। ਤੇ ਗੁਰੂ ਪ੍ਰੇਮੀਓ, ਜੇ ਅਸੀਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੈ ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਸਤਿਗੁਰਾਂ ਦਾ ਪਾਵਨ ਸ਼ਬਦ ਹੈ ਨਾ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਤ ਮਤਸਰ ਚੋਂ ਮਿਲ ਲੂਟੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਇਹਨਾਂ ਵਿਕਾਰਾਂ ਨੇ ਸਾਨੂੰ ਸਾਡੇ ਕੋਲੋਂ ਦੂਰ ਕਰ ਦਿੱਤਾ ਹੈ, ਕਿਉਂਕਿ ਅਸੀਂ ਕਾਮਨਾਵਾਂ ਦੇ ਵਿੱਚ ਹੋ ਗਏ, ਲਾਲਚ ਵਿੱਚ ਹੋ ਗਏ, ਮੋਹ ਵਿੱਚ ਹੋ ਗਏ। ਕਿਉਂਕਿ ਕ੍ਰੋਧ ਅਤੇ ਮੋਹ ਇਹ ਸਾਡੇ ਸਰੀਰ ਦੇ ਵਿੱਚ, ਮੰਨ ਲਓ ਕਿ ਜੇ ਸਾਡੀ ਇੱਛਾ ਪੂਰੀ ਹੋ ਗਈ ਕਿਸੇ ਇਨਸਾਨ ਤੋਂ ਤਾਂ ਸਾਡਾ ਉਹਦੇ ਪ੍ਰਤੀ ਮੋਹ ਜਾਗ ਪੈਂਦਾ ਹੈ, ਤੇ ਜੇ ਕਿਤੇ ਸਾਡੀ ਇੱਛਾ ਉਸ ਤੋਂ ਨਹੀਂ ਪੂਰੀ ਹੁੰਦੀ ਤਾਂ ਸਾਨੂੰ ਉਹਦੇ ਤੇ ਕ੍ਰੋਧ ਆ ਜਾਂਦਾ ਹੈ। ਇਹ ਕਾਮ ਲੋਭ ਅਹੰਕਾਰ ਦੀ ਪਰਛਾਈ ਹੈ ਕ੍ਰੋਧ ਤੇ ਮੋਹ। ਕਾਮ ਲੋਭ ਅਤੇ ਅਹੰਕਾਰ ਦੀ ਛਾਇਆ ਹੈ ਮੋਹ ਅਤੇ ਕ੍ਰੋਧ। ਇਸ ਲਈ ਜਿੱਥੋਂ ਸਾਡੀ ਕੋਈ ਮਨ ਦੀ ਇੱਛਾ ਪੂਰੀ ਹੁੰਦੀ ਹੈ ਉੱਥੇ ਤਾਂ ਸਾਨੂੰ ਪ੍ਰੇਮ ਜਾਗਦਾ ਹੈ, ਲੋਭ ਜਾਗਦਾ ਹੈ, ਤੇ ਜੇ ਕਿਤੇ ਸਾਡੀ ਉੱਥੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਉੱਥੇ ਸਾਡਾ ਕ੍ਰੋਧ ਜਾਗਦਾ ਹੈ, ਗੁੱਸਾ ਜਾਗਦਾ ਹੈ। ਪਰ ਗੁਰੂ ਪ੍ਰੇਮੀਓ, ਜਦੋਂ ਪੂਰਤੀ ਹੋ ਜਾਂਦੀ ਹੈ ਵਸਤੂ ਪਾ ਕੇ, ਬੰਦੇ ਨੂੰ ਵਸਤੂ ਦਾ ਅਹੰਕਾਰ ਵੀ ਹੋ ਜਾਂਦਾ ਹੈ। ਇਸ ਲਈ ਆਪਾਂ ਨੂੰ ਸਤਿਗੁਰੂ ਜੀ ਨੇ ਜੀਵਨ ਜੀਣ ਦਾ ਸਹਿਜ ਯੋਗ ਦੱਸਿਆ, ਸਹਿਜ ਮਾਰਗ। ਸਹਿਜ ਮਾਰਗ ਦੇ ਅਨੁਸਾਰ ਜੀਵਨ ਜੀਣਾ ਹੈ, ਕਿਉਂਕਿ ਅਸੀਂ ਖੋਜਦੇ ਹਾਂ ਬਾਹਰ, ਪਰ ਪਰਮ ਪਿਤਾ ਪਰਮਾਤਮਾ ਵਸਦਾ ਹੈ ਤੁਹਾਡੇ ਨਾਲ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਿੱਖਿਆ ਦਿੱਤੀ, ਉਹਨਾਂ ਦਾ ਜਨਮ 1433 ਕੀ ਮਾਘ ਸੁਦੀ 15 ਦੁਖੀਓਂ ਕੇ ਕਲਿਆਣ ਹਿਤ ਪ੍ਰਗਟੇ ਸ਼੍ਰੀ ਗੁਰੂ ਰਵਿਦਾਸ। ਉਹ ਪਰਮ ਪਿਤਾ ਪਰਮਾਤਮਾ ਆਏ ਕੀ ਕਰਨ? ਦੁਖੀਆਂ ਦਾ ਕਲਿਆਣ ਕਰਨ ਵਾਸਤੇ ਆਏ।
ਤੇ ਦੁਖੀ ਕੌਣ ਸੀ? ਅਸੀਂ ਲੋਕ। ਸਾਡੀ ਬਾਂਹ ਕਿਸੇ ਵੀ ਹੋਰ ਧਰਮ ਦੇ ਪੈਰੋਕਾਰ ਨੇ ਨਹੀਂ ਪਕੜੀ। ਇਹ ਗੱਲ ਖਿਆਲ ਰੱਖਣਾ। ਸਾਡੇ ਲੋਕਾਂ ਦੀ ਬਾਂਹ ਕਿਸੇ ਵੀ ਹੋਰ ਧਰਮ ਦੇ ਪੈਰੋਕਾਰ ਨੇ ਨਹੀਂ ਪਕੜੀ। ਸਾਡੀ ਬਾਂਹ ਪਕੜੀ ਹੈ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰੂ ਸਧਨਾ ਜੀ, ਸਤਿਗੁਰੂ ਧੰਨਾ ਜੀ ਆਦਿਕ ਮਹਾਂਪੁਰਸ਼ਾਂ ਨੇ। ਸਤਿਗੁਰੂ ਨਾਮਦੇਵ ਮਹਾਰਾਜ ਜੀ, ਇਹਨਾਂ ਮਹਾਂਪੁਰਸ਼ਾਂ ਨੇ ਸਾਡੀ ਬਾਂਹ ਫੜੀ ਤੇ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਕੱਢਿਆ। ਤੇ ਗੁਰੂ ਪ੍ਰੇਮੀਓ, ਸਤਿਗੁਰੂ ਪਾਤਸ਼ਾਹ ਜੀ, ਇਹਨਾਂ ਦੇ ਮਾਤਾ ਜੀ ਦਾ ਨਾਮ ਹੈ ਸਤਿਕਾਰਯੋਗ ਮਾਤਾ ਕਲਸਾਂ ਜੀ, ਪਿਤਾ ਜੀ ਸੰਤੋਖ ਦਾਸ ਜੀ, ਦਾਦੀ ਜੀ ਲਖਪਤੀ ਸਰੋਏ ਜੀ, ਦਾਦਾ ਜੀ ਕਾਲੂ ਰਾਮ ਜੀ। ਜੱਸਲ ਗੋਤ ਹੈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਇਹਨਾਂ ਦੇ ਕੋਈ ਚਾਚਾ ਜਾਂ ਤਾਇਆ ਨਹੀਂ ਹੈ। ਇਹਨਾਂ ਦੀ ਇੱਕ ਭੂਆ ਹੈ ਜਿਨ੍ਹਾਂ ਦਾ ਨਾਮ ਹੈ ਧੰਨੋ ਜੀ। ਭੂਆ ਜੀ ਦੀ ਲੜਕੀ ਦਾ ਨਾਮ ਹੈ ਕਰਮੀ ਜੀ ਅਤੇ ਭੂਆ ਜੀ ਦੇ ਲੜਕੇ ਦਾ ਨਾਮ ਹੈ ਸੰਤ ਰੇਨ ਦਾਸ ਜੀ, ਜਿਨ੍ਹਾਂ ਦਾ ਜ਼ਿਕਰ ਭਾਈ ਬਾਲੇ ਦੀ ਸਾਖੀ 'ਚ ਆਉਂਦਾ ਹੈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮ ਪਤਨੀ ਦਾ ਨਾਮ ਹੈ ਲੋਨਾ ਜੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪੁੱਤਰ ਦਾ ਨਾਮ ਹੈ ਵਿਜੈ ਦਾਸ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਧਰਤੀ ਤੇ 151 ਵਰਸ਼ ਰਹੇ ਔਰ 151 ਵਰਸ਼ ਦੇ ਵਿੱਚ ਉਹਨਾਂ ਨੇ ਇਸ ਸਮਾਜ ਦੇ ਲਈ ਅਨੇਕਾਂ ਕਾਰਜ ਕੀਤੇ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਸਰੀਰਕ ਰੂਪੀ ਯਾਤਰਾ ਜਿਹੜੀ ਹੈ ਉਸ ਨੂੰ ਪੂਰਨ ਹੋਣ ਤੋਂ ਬਾਅਦ ਇਹਨਾਂ ਦੀ ਗੱਦੀ ਦੀ ਸੇਵਾ ਸੰਤ ਰੇਨ ਦਾਸ ਜੀ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਭੂਆ ਜੀ ਦੇ ਲੜਕੇ ਸਨ, ਉਹਨਾਂ ਨੇ ਕੀਤੀ। ਉਹਨਾਂ ਤੋਂ ਬਾਅਦ ਵਿੱਚ ਉਸ ਗੱਦੀ ਦੀ ਸੇਵਾ ਸੰਤ ਵਿਜੈ ਦਾਸ ਜੀ ਨੂੰ ਮਿਲੀ। ਸੰਤ ਵਿਜੈ ਦਾਸ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਗੱਦੀ ਹੈ ਉਸ ਦਾ ਨਾਮ ਰੱਖਿਆ ਹੈ ਬੈਕੁੰਠ ਧਾਮ ਗੱਦੀ, ਕਿਉਂਕਿ ਜਿੱਥੇ ਸਤਸੰਗ ਹੁੰਦਾ ਹੈ ਨਾ ਉੱਥੇ ਬੈਕੁੰਠ ਹੁੰਦਾ ਹੈ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਕਹਿੰਦੇ ਜਿੱਥੇ ਸਤਸੰਗ ਹੈ ਨਾ ਉਹ ਬੈਕੁੰਠ ਧਾਮ ਹੈ। ਤੇ ਗੁਰੂ ਰਵਿਦਾਸ ਜੀ ਦੇ ਕੋਲ ਹਮੇਸ਼ਾ ਹੀ ਸਤਸੰਗ ਚੱਲਦਾ ਸੀ, ਇਸ ਕਰਕੇ ਇਸ ਗੱਦੀ ਦਾ ਨਾਮ ਹੈ ਬੈਕੁੰਠ ਧਾਮ ਗੱਦੀ। ਤੇ ਇਸ ਗੱਦੀ ਤੇ ਸੰਤ ਵਿਜੈ ਦਾਸ ਮਹਾਰਾਜ ਜੀ ਨੇ ਜਦੋਂ ਸੇਵਾ ਕੀਤੀ ਤੇ ਉਹਨਾਂ ਦਾ ਅੰਤਮ ਸਮਾਂ ਹੈ ਜੋ ਤਿਰੂਪਤੀ ਬਾਲਾ ਜੀ ਦਾ ਮੰਦਿਰ ਹੈ, ਉਸ ਜਗ੍ਹਾ ਤੇ ਤਿਰੂਪਤੀ ਬਾਲਾ ਜੀ ਦੇ ਮੰਦਿਰ ਦੇ ਨਾਲ ਦਾ ਜੋ ਨਗਰ ਵਸਿਆ ਹੈ ਉਸ ਨਗਰ ਦਾ ਨਾਮ ਹੈ ਵਿਜੈ ਨਗਰ। ਅੱਜ ਤੋਂ 10 ਸਾਲ ਪਹਿਲਾਂ ਮੈਂ ਇੱਕ ਇਤਿਹਾਸ ਲਿਆਂਦਾ ਸੀ ਜੋ ਤੁਗਲਕਾਬਾਦ ਗੁਰੂ ਘਰ ਦਾ ਸੀ ਦਿੱਲੀ ਦਾ, ਜਿੱਥੇ ਅੱਜ ਕੱਲ੍ਹ ਵਿਵਾਦ ਹੋਇਆ ਹੁਣ। ਔਰ ਉਹ ਇਤਿਹਾਸ ਅੱਜ ਤੋਂ 10 ਸਾਲ ਪਹਿਲਾਂ ਸੰਗਤ ਨੂੰ ਸੁਣਾਇਆ ਸੀ ਤੇ ਕਈ ਬੰਦਿਆਂ ਨੇ ਵਿਸ਼ਵਾਸ ਨਹੀਂ ਸੀ ਕੀਤਾ, ਪਰ ਹੁਣ ਸਾਰਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਗਿਆ। ਤੇ ਇਸੇ ਤਰ੍ਹਾਂ ਆ ਜੋ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ, ਜੋ ਵਿਜੈ ਨਗਰ ਹੈ, ਅਸੀਂ ਜਦੋਂ ਉੱਥੇ ਦੇ ਪੁਰਾਤੱਤਵ ਵਿਭਾਗ ਦੇ ਕੋਲ ਗਏ, ਉਹਨਾਂ ਦੇ ਕੋਲੋਂ ਉੱਥੇ ਦੀ ਪੂਰੀ ਜਾਣਕਾਰੀ ਲਈ, ਤਾਂ ਉਹ ਵਿਜੈ ਨਗਰ ਦੀ ਜਿੰਨੀ ਵੀ ਜ਼ਮੀਨ ਹੈ ਉਹ ਸੰਤ ਵਿਜੈ ਦਾਸ ਜੀ ਦੇ ਨਾਮ ਤੇ ਸੁਪੁੱਤਰ ਰਹਿਦਾਸ, ਵਿਜੈ ਦਾਸ ਸੁਪੁੱਤਰ ਰਹਿਦਾਸ ਜੀ ਦੇ ਨਾਮ ਦੇ ਉੱਪਰ ਰਜਿਸਟਰਡ ਹੈ ਪੁਰਾਤੱਤਵ ਵਿਭਾਗ ਦੇ ਵਿੱਚ। ਅੱਜ ਵੀ ਉਸ ਜਗ੍ਹਾ ਤੇ ਵਿਜੈ ਨਗਰ ਵਸਿਆ ਹੋਇਆ ਹੈ, ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਦੇ ਨਾਮ ਤੇ ਵਸਿਆ ਹੋਇਆ ਸ਼ਹਿਰ ਹੈ। ਤੇ ਗੁਰੂ ਪ੍ਰੇਮੀਓ, ਸਾਡੇ ਬਜ਼ੁਰਗਾਂ ਨੇ ਆਪਣੇ ਇਤਿਹਾਸ ਨੂੰ ਸੰਭਾਲਿਆ ਨਹੀਂ, ਜੁੜੇ ਨਹੀਂ। ਅੱਜ ਵੀ ਅਸੀਂ ਮੌਜੂਦਾ ਸਮੇਂ ਦੇ ਵਿੱਚ ਆਪਣੇ ਸੰਤਾਂ ਨਾਲ ਘੱਟ ਜੁੜਦੇ ਹਾਂ, ਪਰ ਜੇ ਕੋਈ ਦੂਸਰੇ ਧਰਮ ਦਾ ਇਨਸਾਨ ਆ ਕੇ ਕਹਿ ਦੇ ਅਸੀਂ ਲੋਕ ਝੱਟ ਜੁੜ ਜਾਂਦੇ ਹਾਂ। ਅਸੀਂ ਲੱਖ ਜ਼ੋਰ ਲਾ ਲਈਏ ਨਾ ਗੁਰੂ ਰਵਿਦਾਸ ਜੀ ਦੇ ਚਰਨਾਂ 'ਚ, ਆਹ ਬੇਨਤੀ ਕਰੋ ਤੁਹਾਡੀ ਇੱਛਾ ਪੂਰੀ ਹੋ ਜਾਏਗੀ, ਕਹਿੰਦੇ ਪਖੰਡ ਹੈ। ਪਰ ਸਾਡੀਆਂ ਹੀ ਬੀਬੀਆਂ ਦੂਜੀ ਜਗ੍ਹਾ ਤੇ ਜਾ ਕੇ ਹਲੇਲੂਇਆ ਹਲੇਲੂਇਆ ਕਰਦੀਆਂ ਫਿਰਦੀਆਂ, ਤਾਂ ਫਿਰ ਉੱਥੇ ਜਾ ਕੇ ਪਤਾ ਨਹੀਂ ਉਹ ਪਖੰਡ ਕਿੱਦਾਂ ਉਹਨਾਂ ਨੂੰ ਅੰਮ੍ਰਿਤ ਲੱਗਣ ਲੱਗ ਪੈਂਦਾ ਹੈ। ਉੱਥੇ ਵੀ ਪ੍ਰੇਅਰ ਕਰਨੀ ਹੈ। ਪ੍ਰੇਅਰ ਅੰਗਰੇਜ਼ੀ ਦਾ ਸ਼ਬਦ ਹੈ ਤੇ ਅਰਦਾਸ ਪੰਜਾਬੀ ਦਾ ਸ਼ਬਦ ਹੈ। ਅੰਗਰੇਜ਼ੀ ਦਾ ਅਨੁਵਾਦ ਕਰ ਲਓ ਤਾਂ ਸਾਡਾ ਅਰਦਾਸ ਬਣ ਜਾਂਦਾ। ਆਪਾਂ ਕਹਿੰਦੇ ਇੱਥੇ ਅਰਦਾਸ ਕਰ ਦਈਏ, ਕਹਿੰਦੇ ਇੱਥੇ ਨਹੀਂ ਕਰਾਉਣੀ ਜੀ, ਸਾਡੇ ਤਾਂ ਉੱਥੇ ਪ੍ਰੇਅਰ ਹੁੰਦੀ ਹੈ। ਅਸੀਂ ਨੱਠਦੇ ਹਾਂ, ਪਰ ਇਹ ਗੱਲ ਖਿਆਲ ਰੱਖਣਾ, ਦੂਸਰੇ ਦੀ ਥਾਲੀ ਦੇ ਵਿੱਚ ਲੱਡੂ ਹਮੇਸ਼ਾ ਹੀ ਵੱਡਾ ਲੱਗਦਾ ਹੁੰਦਾ ਹੈ।
ਕਹਿੰਦੇ ਹੁੰਦੇ ਆਪਣੇ ਸੁੱਖ ਤੇ ਦੂਜੇ ਦੇ, ਆਪਣੇ ਦੁੱਖ ਤੇ ਦੂਜੇ ਦੇ ਸੁੱਖ ਹਮੇਸ਼ਾ ਹੀ ਵੱਡੇ ਲੱਗਦੇ ਆ। ਇਸ ਲਈ ਆਪਣੀਆਂ ਆਦਤਾਂ ਨੂੰ ਬਦਲੋ। ਅਗਰ ਜੇ ਤੁਹਾਨੂੰ ਮਿਲਣਾ ਹੈ ਤਾਂ ਤੁਹਾਡੇ ਘਰ 'ਚੋਂ ਹੀ ਮਿਲਣਾ ਹੈ। ਤੁਹਾਡੀ ਜੜ ਹਰੀ ਹੋਏਗੀ ਤਦ ਹੀ ਪੱਤੇ ਹਰੇ ਹੋਣਗੇ। ਜੇ ਜੜ ਸੁੱਕ ਗਈ ਤਾਂ ਪੱਤਿਆਂ ਦੇ ਹਰੇ ਹੋਣ ਦੀ ਸੰਭਾਵਨਾ ਨਹੀਂ ਹੈ। ਤੁਹਾਡੀ ਜੜ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ, ਤੁਹਾਡੀ ਜੜ ਹੈ ਇਹ ਆਦਿ ਨਿਰੰਜਨ ਨਿਰੰਕਾਰ। ਤੇ ਗੁਰੂ ਪ੍ਰੇਮੀਓ, ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਸਾਨੂੰ ਜੋੜਿਆ ਹੈ। ਆਓ ਸਤਿਗੁਰਾਂ ਦਾ ਪਾਵਨ ਸ਼ਬਦ ਹੈ, ਖੋਜਤ ਕਿੱਥੋਂ ਫਿਰੈ ਤੇਰੇ ਘਟ ਮਹਿ ਸਿਰਜਣਹਾਰ। ਖੋਜਣਾ ਹੈ ਤਾਂ ਆਪਣੇ ਸਰੀਰ ਨੂੰ ਖੋਜਣਾ ਹੈ। ਸਾਰੇ ਮਿਲ ਕੇ ਸਰਵਣ ਕਰੋ ਜੀ। ਖੋਜਤ ਕਿੱਥੋਂ ਫਿਰੈ ਤੇਰੇ ਘਟ ਮਹਿ ਸਿਰਜਣਹਾਰ। 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 कस्तूरी मृग पास है रे ढूंढत घास फिरे। 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 पाशला गो काल पार दीशिन में प्राणी हरे। पाशला गो काल पार दीशिन में प्राण हरे। तेरे घट में तेरे घट में तेरे घट में सिरजनहार। खोजत किथों फिरे तेरे घट में सिरजनहार। खोजत किथों फिरे तेरे घट में सिरजनहार। इड़ा पिंगला सुख मन नाड़ी जामै चित न तरै। इड़ा पिंगला सुख मन नाड़ी जामै चित न तरै। इड़ा पिंगला सुख मन नाड़ी जामै चित न तरै। इड़ा पिंगला सुख मन नाड़ी जामै चित न तरै। सहस्तार में पंवर गुफाए पंवरा गूंज करे। सहस्तार में पंवर गुफा है पंवरा गूंज करे। तेरे घट में तेरे घट में तेरे घट में सिरजनहार। खोजत किथों फिरे तेरे घट में सिरजनहार। खोजत किथों फिरे तेरे घट में सिरजनहार। दिल दरियाओ हीरा लाल है गुरमुख समझ पर। दिल दरियाओ हीरा लाल है गुरमुख समझ परे। दिल दरियाव हीरा लाल है गुरमुख समझ पर। दिल दरियाओ हीरा लाल है गुरमुख समझ परे। मर जीवा की सैन विचार तो हीरा हाथ पर। मर जीवा की सैन विचार तो हीरा हाथ पर।
तेरे घट में, तेरे घट में, तेरे घट में सिरजनहार खोजत कितों फिरे, तेरे घट में सिरजनहार खोजत कितों फिरे, तेरे घट में सिरजनहार। कह रविदास समझ रे संतो वे पद है निर्वाण, कह रविदास समझ रे संतो ए पद है निर्वाण, कह रविदास समझ रे संतो ए पद है निर्वाण, कह रविदास समझ रे संतो ए पद है निर्वाण। इहो रहस कऊ खोजै बूझै सो है संत सुजान, इहो रहस कऊ खोजै बूझै सो है संत सुजान। तेरे घट में, तेरे घट में, तेरे घट में सिरजनहार खोजत कितों फिरे, 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 तेरे घट में सिरजनहार। इंसान खोजदा किथे है ते सतगुरु पातशाह जी समझाਉਂਦੇ कि वो परम पिता परमात्मा है किथे। कस्तूरी मृगपास है रे ढूंढत घास फिरे, कस्तूरी ना मिर्ग दी नाभि दे अंदरों महक दिंदी है और ਉਹਦੀ महक ਜਦੋਂ ਉਸ ਨੂੰ ਚੜਦੀ ਹੈ ਨਾ ਉਹ ਘਾਹ ਦੇ ਵਿੱਚ ਢੋਲਦਾ ਹੈ, ਮੂੰਹ ਮਾਰਦਾ ਹੈ। ਇਸੇ ਤਰ੍ਹਾਂ ਆਪਾਂ ਵੀ ਕਰਦੇ ਹਾਂ, ਆਪਾਂ ਵੀ ਬਾਹਰ ਮੂੰਹ ਮਾਰਦੇ ਹਾਂ, ਆਨੰਦ ਅੰਦਰ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਕਿ ਪਾਛੈ ਲਾਗੋ ਕਾਲ ਪਾਰ ਦੀ ਛਿਨ ਮਹਿ ਪ੍ਰਾਨ ਹਰੈ, ਭਾਵ ਆਪਣੇ ਪਿੱਛੇ ਕਾਲ ਰੂਪੀ ਸ਼ਿਕਾਰੀ ਲੱਗਾ ਹੋਇਆ ਹੈ ਜੋ ਸਾਡੇ ਇੱਕ ਛਣ ਦੇ ਵਿੱਚ ਹੀ ਸਾਡੇ ਪ੍ਰਾਣ ਜਿਹੜੇ ਹੈ ਖੋ ਸਕਦਾ ਹੈ। ਅੱਛਾ, ਸਤਿਗੁਰੂ ਪਾਤਸ਼ਾਹ ਜੀ ਸਾਡਾ ਜੀਵਨ ਕਿੰਨਾ ਕੁ ਵੱਡਾ ਦੱਸਦੇ ਹੈ। ਕਹਿੰਦੇ ਇੱਕ ਛਿਨ ਦਾ ਹੈ। हम आदमी हाँ एक दमी मोहलत मोहत ना जाना। सतनाम सतनाम सतनाम। एक दम जिहड़ा साडे शरीर दे अंदर है उन्ना चिर असीं जीउंदे हां, अगला दम आउणा है जां नहीं आउणा है वो परमात्मा जाणदा है, वो ईश्वर जाणदा है, वो गॉड जाणदा है। ते जिहड़ा दम अपने शरीर दे अंदर है ना, इस नूं समझना करिए, इस नूं संभालिए। अच्छा, एक होर कि जदों परमात्मा कहते कि सतगुरु रविदास महाराज जी दे कोल पारस लेके आया है ना, तो उस वेले उन्होंने पारस सतगुरु रविदास महाराज जी की रंबी नूं ला दिता, रंबी नूं छुआ दिता, दसिया भी ये काम की करता है, तो रंबी सोने की बन गई। इतिहास सारे गाउंदे है पर कदे किसी ने उस रंबी की खोज की कि वह रंबी है किथे, क्योंकि गल्लां तां करदे पर किसी ने जानने की कोशिश नहीं की। पर दास नूं सुभाग प्राप्त होया है। तिरुपति बाला जी के मंदिर की गर्भ गुफा के अंदर अज भी जाके देख लो, वो सोने की रंबी पई है। गुरु रविदास जी की उस गर्भ गुफा के विच जाके देखोगे पत्थरी पई है, दौरी पई है, जाके दर्शन करके पता लगता है। इसलिए गुरु प्रेमियों उन्होंने समझो कि साडे गुरु का इतिहास प्रमाण है, कोई मनोघड़ंत गल्लां नहीं है। साडे गुरु जी ने प्रतख प्रमाण दिते। खुरालगढ़ दे विच जाके देख लो, अज भी प्रतख गंगा वगदी है।
ਇਹ ਪ੍ਰਤੱਖ ਹੈ। ਦਿੱਲੀ ਦੇ ਵਿੱਚ ਤੁਗਲਕਾਬਾਦ, ਮੈਂ ਅੱਜ ਤੁਹਾਡੇ ਨਾਲ ਇਹੀ ਇਤਿਹਾਸ ਸਾਂਝਾ ਕਰਾਂਗਾ। ਜਿਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਨੂੰ ਦਿੱਲੀ ਦਰਬਾਰ ਦੇ ਵਿੱਚ ਲੈ ਕੇ ਆਂਦਾ, ਤਾਂ ਸਭ ਤੋਂ ਪਹਿਲਾਂ ਆਉਂਦੇ ਹੋਏ ਜਿੱਥੇ ਕਿ ਬਾਬਾ ਜੌੜ ਜੀ ਵਾਲਾ, ਉੱਥੇ ਜੌਹੜ ਨਾਮ ਇੱਕ ਦਰਖਤ ਦਾ ਬੂਟਾ ਹੈ, ਉੱਥੇ ਦਰਖਤ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਉਸ ਜਗ੍ਹਾ ਤੇ ਵਿਸ਼ਰਾਮ ਕੀਤਾ ਹੈ ਤੇ ਉਸ ਤੋਂ ਬਾਅਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਸਿਕੰਦਰ ਦੇ ਦਰਬਾਰ 'ਚ ਪੇਸ਼ ਕੀਤਾ ਹੈ। ਔਰ ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਜੀਵਨ ਦੇ ਵਿੱਚ 2 ਵਾਰ ਜੇਲ੍ਹ ਗਏ। ਇੱਕ ਵਾਰ ਰਾਜਾ ਬੇਨ ਸਿੰਘ ਦੀ ਜੇਲ੍ਹ ਦੇ ਵਿੱਚ ਤੇ ਦੂਸਰੀ ਵਾਰ ਸਿਕੰਦਰ ਲੋਧੀ ਦੀ ਜੇਲ੍ਹ ਦੇ ਵਿੱਚ। ਔਰ ਜਿਸ ਸਮੇਂ ਸਿਕੰਦਰ ਦੇ ਸਾਹਮਣੇ ਪੇਸ਼ ਕਰਨਾ ਸੀ ਨਾ ਗੁਰੂ ਰਵਿਦਾਸ ਮਹਾਰਾਜ ਜੀ ਨੂੰ, ਤਾਂ ਉਸ ਤੋਂ ਇੱਕ ਰਾਤ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ। ਤੇ ਗੁਰੂ ਪ੍ਰੇਮੀਓ, ਦੂਸਰੇ ਦਿਨ ਕਹਿੰਦੇ ਕਿ ਬ੍ਰਾਹਮਣਾਂ ਨੇ ਇਹ ਗੱਲ ਕਹੀ, ਪੁਜਾਰੀਆਂ ਨੇ ਇਹ ਗੱਲ ਕਹੀ ਕਿ ਇਹ ਜਾਦੂਗਰ ਹੈ। ਸਿਕੰਦਰ ਲੋਧੀ ਨੂੰ ਦੱਸਿਆ ਵੀ ਭਰਮਾ ਲੈਂਦਾ ਲੋਕਾਂ ਨੂੰ। ਤਾਂ ਅੱਗੋਂ ਸਿਕੰਦਰ ਲੋਧੀ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਜਾਦੂਗਰ ਦੀ ਤਾਕਤ ਜਿਹੜੀ ਹੈ ਉਹ ਜਾਂ ਉਹਦੇ ਹੱਥਾਂ 'ਚ ਹੁੰਦੀ ਹੈ ਤੇ ਜਾਂ ਉਹਦੀਆਂ ਅੱਖਾਂ 'ਚ ਹੁੰਦੀ ਹੈ। ਕਹਿੰਦੇ ਉਹਨਾਂ ਨੇ ਹੁਕਮ ਦੇ ਦਿੱਤਾ ਹੈ ਕਿ ਜਦੋਂ ਰਵਿਦਾਸ ਮਹਾਰਾਜ ਜੀ ਨੂੰ ਦਰਬਾਰ 'ਚ ਪੇਸ਼ ਕਰਨਾ ਹੈ ਤਾਂ ਉਸ ਵੇਲੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਵੇ ਔਰ ਹੱਥ ਜਿਹੜੇ ਪਿੱਛੇ ਬੰਨ੍ਹ ਦਿੱਤੇ ਜਾਣ। ਤੇ ਅਹਿਲਕਾਰਾਂ ਨੇ ਇਸੇ ਤਰ੍ਹਾਂ ਕੀਤਾ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਿਕੰਦਰ ਲੋਧੀ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਹੈ। ਜਦੋਂ ਸਿਕੰਦਰ ਲੋਧੀ ਦੇ ਦਰਬਾਰ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੰਦਰ ਪ੍ਰਵੇਸ਼ ਕਰਦੇ ਹੈ ਨਾ, ਤਾਂ ਉਹਨਾਂ ਦਾ ਚਿਹਰਾ ਦੇਖ ਕੇ ਸਿਕੰਦਰ ਲੋਧੀ ਹੈਰਾਨ ਹੋ ਜਾਂਦਾ ਹੈ। ਇਤਿਹਾਸ ਪੜ੍ਹ ਕੇ ਦੇਖੋ, ਸਿਕੰਦਰ ਲੋਧੀ ਜਿਹੜਾ ਹੈ 70% ਧਾਰਮਿਕ ਇਨਸਾਨ ਸੀ। ਜਦੋਂ ਰਾਣਾ ਸਾਂਗਾ ਦੀਆਂ ਫੌਜਾਂ ਨੂੰ ਗੁਰੂ ਰਵਿਦਾਸ ਜੀ ਦੇ ਕਹਿਣ ਤੇ ਨਾ ਜੋੜੇ ਪਵਾਏ ਗਏ, ਇਹ ਜਿਹੜੇ ਪੈਰਾਂ ਨੂੰ ਜੋੜੇ ਆ ਉਸ ਸਮੇਂ ਫੌਜ ਪਹਿਲਾਂ ਪਾਉਂਦੀ ਨਹੀਂ ਸੀ, ਉਹਨਾਂ ਨੂੰ ਇਹ ਚੰਮ ਦੇ ਜੋੜੇ ਰਾਣਾ ਸਾਂਗਾ ਦੀਆਂ ਫੌਜਾਂ ਨੂੰ ਪਵਾਏ ਸੀ। ਉਸ ਤੋਂ ਬਾਅਦ ਵਿੱਚ ਸਿਕੰਦਰ ਲੋਧੀ ਨੇ ਵੀ ਆਪਣੇ ਅਹਿਲਕਾਰਾਂ ਨੂੰ, ਆਪਣੀਆਂ ਫੌਜਾਂ ਨੂੰ ਉਹ ਆਰਡਰ ਦਵਾਇਆ ਸੀ, ਉਹ ਵੀ ਬਨਾਰਸ ਵਿੱਚੋਂ ਹੀ ਬਣੇ ਸੀ। ਤੇ ਗੁਰੂ ਪ੍ਰੇਮੀਓ, ਹੁਣ ਸਿਕੰਦਰ ਲੋਧੀ ਜਦੋਂ ਚਿਹਰਾ ਦੇਖਦਾ ਹੈ ਤਾਂ ਚਿਹਰਾ ਇੱਕ ਇਲਾਹੀ ਨੂਰ ਦੇ ਨਾਲ ਭਰਿਆ ਹੋਇਆ ਹੈ। ਇਹ ਗੱਲ ਕਦੇ ਵੀ ਖਿਆਲ ਰੱਖਣਾ, ਜਿਹੜੇ ਸਿਮਰਨ ਕਰਨ ਵਾਲੇ ਹੁੰਦੇ ਨਾ ਉਹ ਨਿਮਰਤਾ ਦੇ ਪੁਜਾਰੀ ਹੁੰਦੇ ਆ। ਉਹਨਾਂ ਨੂੰ ਕੋਈ ਗਾਲਾਂ ਵੀ ਕੱਢ ਦੇਵੇ ਤਦ ਵੀ ਹਰੀ ਇੱਛਾ ਕਹਿ ਕੇ ਪਰੇ ਹੋ ਜਾਂਦੇ ਆ, ਉਹ ਨਹੀਂ ਮਨ 'ਚ ਲਿਆਉਂਦੇ। ਇਹ ਤਾਂ ਸਾਡੇ ਵਰਗੇ ਹੀ ਹੈ ਗ੍ਰਸਤੀ ਬੰਦੇ, ਜੇ ਕਿਸੇ ਨੇ ਗਾਲ ਕੱਢ ਦਿੱਤਾ ਬੰਦਾ ਕਹਿੰਦਾ ਗਾਲ ਕੱਢ ਕਿਉਂ ਗਿਆ, ਜਦ ਤੱਕ ਲੱਤ ਨਹੀਂ ਤੋੜਦੇ ਉਦ ਤੱਕ ਟਿਕਾ ਥੋੜ੍ਹਾ ਆਉਂਦਾ। ਜਦ ਤੱਕ ਅਗਲੇ ਨੂੰ ਗਲੋਂ ਨਹੀਂ ਫੜਦੇ ਸਾਡਾ ਮਨ ਕਿਤੇ ਟਿਕਦਾ। ਪਰ ਸੰਤ ਦੀ ਪ੍ਰਥਾ ਕੁਛ ਹੋਰ ਹੈ। ਸੰਤ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਉਸਤਤ ਨਿੰਦਿਆ ਦਉ ਵਿਵਰਜਤ ਤਜਹੋ ਮਾਨ ਅਭਿਮਾਨਾ ਲੋਹਾ ਕਾਂਚਨ ਸਮ ਕਰ ਜਾਣੈ ਤਹਿ ਮੂਰਤ ਭਗਵਾਨਾ। ਦੇਖੋ ਗੱਲ ਸਪਸ਼ਟ ਹੈ। ਕਈ ਕਹਿੰਦੇ ਨਾ ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਪਰ ਜਿਨ੍ਹਾਂ ਨੇ ਬਾਣੀ ਦੀਆਂ ਇਹ ਤੁਕਾਂ ਪੜ੍ਹ ਲਈਆਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਦੇਹ ਦੇ ਵਿੱਚ ਤਾਂ ਭਗਵਾਨ ਹੈ, ਦੇਹ ਦੇ ਵਿੱਚ ਤਾਂ ਉਹ ਨਿਰੰਕਾਰ ਵਸਦਾ ਹੈ। ਸਤਿਗੁਰੂ ਜੀ ਨੇ ਸਪਸ਼ਟ ਕੀਤਾ, ਉਹਦੇ ਗੁਣ ਵੀ ਦੱਸੇ ਹੈ ਕਿ ਉਸਤਤ ਨਿੰਦਿਆ ਤੋਂ ਰਹਿਤ ਹੈ, ਮਾਨ ਅਪਮਾਨ ਤੋਂ ਰਹਿਤ ਹੈ, ਔਰ ਸੋਨੇ ਦਾ ਭੇਦ ਤੇ ਲੋਹੇ ਦਾ ਭੇਦ ਉਹਦੀ ਬੁੱਧੀ ਚੋਂ ਖਤਮ ਹੋ ਗਿਆ। ਅੱਜ ਕੱਲ੍ਹ ਤਾਂ ਨਾ ਸੰਤ ਇਦਾਂ ਵੀ ਹੈ, ਕਈਆਂ ਨੇ ਭਗਵੇਂ ਕੱਪੜੇ ਪਾਏ ਹੋਆ, ਜੇ ਕਿਤੇ ਕੋਈ ਸੋਨੇ ਦਾ ਕੜਾ ਪਾ ਕੇ ਗਿਆ ਹੈ ਨਾ ਤਾਂ ਸੰਤ ਕਹਿੰਦੇ ਸਾਡਾ ਸੇਵਕ ਹੈ, ਕੋਲ ਬਿਠਾਉਂਦੇ ਹੈ। ਜੇ ਕੋਈ ਮੇਰੇ ਵਰਗਾ ਮਾਤੜ ਸਾਥੀ ਜਿਹਨੇ ਲੋਹੇ ਦਾ ਪਾਇਆ ਉਹਨੂੰ ਕਹਿੰਦੇ ਚੱਲ ਵੀ ਕਾਕਾ ਲੰਗਰ 'ਚ ਸੇਵਾ ਕਰ। ਅੱਜ ਕੱਲ੍ਹ ਇਹ ਵੀ ਪ੍ਰਥਾ ਹੈ, ਕਿਉਂਕਿ ਕੌਣ ਵੱਡਾ, ਮਾਇਆ ਵਡਿਆਈ, ਮਾਇਆ ਨੂੰ ਵਡਿਆਈ ਮਿਲਦੀ ਹੈ। ਪਰ ਸੰਤ ਦੀ ਸੋਚ ਇਸ ਤੋਂ ਅਲੱਗ ਹੁੰਦੀ ਹੈ। ਕਹਿੰਦੇ ਲੋਹਾ ਕਾਂਚਨ ਸਮ ਕਰ ਜਾਣਿਆ, ਦੋਨਾਂ ਨੂੰ ਸਮਾਨ ਸਮਝੇ। ਇਹੋ ਜਿਹਾ ਕੋਈ ਸਰੀਰ ਮਿਲ ਜੇ ਨਾ ਤਹਿ ਮੂਰਤ ਭਗਵਾਨਾ, ਕਹਿੰਦੇ ਉਹ ਭਗਵਾਨ ਦੀ ਮੂਰਤ ਹੈ, ਉਹ ਨਿਰੰਕਾਰ ਦਾ ਰੂਪ ਹੈ। ਤੇ ਗੁਰੂ ਪ੍ਰੇਮੀਓ, ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਚਿਹਰਾ ਅਲੌਕਿਕ ਸ਼ਕਤੀ ਦੇ ਨਾਲ ਭਰਪੂਰ ਹੈ।
क्योंकि उन्होंने नेर चेहरे के उत्ते लाली वरस रही है, नाम की लाली। तुसीं कदे भी देख लो, गुरु नानक देव पातशाह जी की तस्वीर देखो, गुरु रविदास जी की तस्वीर देखो, उन्होंने चेहरे ते एक अलौकिक लाली है। जिहड़ी भगवे रंग की ना पग बन्नदे आ संत, ये भगवा रंग कदे भी तुसीं जोत विच ध्यान करिओ। मेरे तो एक्सपैरीमेंट किए हुए हैं, क्योंकि मैं किताबी गल्लां पढ़न तो बाद उन्हां ते एक्सपैरीमेंट करदा आप कि वाकई ये सच है। जो दूसरे नाल गल करनी पैंदी, कदे करके भी दिखाउणा पै जांदा है। कई बार इहो जिहे भी बंदे टक्कर जाते। परसों असीं एक जगह सत्संग करन गए, मैनूं कहंदे ज्ञानी जी तुसीं हर वेले 108 ते तवा लाउने आ कि 108 क्यों लाउने, सानूं अज 108 की गिणती समझा के जाओ। मुंडा नाल ही सी। मैं कहा वीर जी आ जाओ, पहला फिर आपां इस ते ही गल कर लैंदे आ। गुरु प्रेमियों, कई बार इहो जिहे भी समय आउंदे आ कि जिथे वाकई ही वो प्रमाणित करके दसना पैंदा है। जोत सेंटर का पार्ट काला है, जिथे अग बलदी है, जिहड़ी दीवे की बत्ती है ना, उसका सेंटर का हिस्सा काला है, पर काले दे नाल दा रंग जिहड़ा है वो संधूरी रंग है। उस तो बाद विच बाकी दे रंग पैदा हुंदे आ। इस संधूरी रंग, क्योंकि जिहड़ा निरंकार नूं प्राप्त हो गया वो तो काला हो गया है, उस बंदे दा तो सब कुछ खत्म है। वो बंदा एक मस्ती दे विच है, एक आनंद दे विच है, उस नूं दुनियादारी नाल कोई मतलब है ही नहीं है। पर जिहड़ा संधूरी रंग है ना, उसने संसार दा ते निरंकार दा बराबर तालमेल बनाया होया है। इस संतां दे करके ही धरती खड़ी है, ख्याल रखना। कहंदे आग लगी आकाश को, चढ़ चढ़ पे अंगियार, संत ना होते जगत में तो जल मरता संसार। ये संतां नहीं इस संसार नूं बन के रखिया है, क्योंकि निरंकार ते संसार दा बराबर तालमेल बिठा के रखिया है। ये संधूरी पग और जेड़े नाम जपदे आ उन्हां दे चेहरे ते भी संधूरी लाली जिहड़ी है बरस रही हुंदी है। लाली देखण मैं गई, मैं भी होए गई लाल, उह निरंकार दे नाम दी लाली। तो जिसमें सतगुरु रविदास महाराज जी का चेहरा तकिया तो वह आनंद दे नाल भरपूर हो गया। मन च पछतावा हो गया, मैं तो किसी अल्लाह दे प्यारे ते जुल्म कर दिता है, ये तो कोई अल्लाह दा प्यारा लगता है, ये तो कोई परमात्मा दा प्यारा लगता है। तो सिकंदर लोधी उठ के अपने आसन तो गया, हुक्म हो गया कि इन्हां दियां अखां तो पट्टी खोल दिओ, हथ खोल दिओ। जाके चरना दे विच हथ जोड़ के बैठ गया है। कहंदे महाराज क्षमा करना, साडे कोल भुल हो गई, आप जी नूं पहचान नहीं पाए। तो गुरु प्रेमियों, सतगुरु पातशाह जी अगों कहंदे कि तू कौन? और सिकंदर लोधी अपनी तवारीख च लिखदा है, इन्हां दा उतारा फारसी विच लिखी हुई है और इहदा मैकलोड ने इंग्लिश विच ट्रांसलेशन की। वो इंग्लिश तो ट्रांसलेट करके असीं तुहानूं ये कथा सुना रहे हैं। कहंदा जदों उन्होंने मैनूं कहा कि तू कौन है ना, मैं खुद भी कंब गया कि मैनूं भी कोई पुछण वाला है कि तू कौन है। उस वेले हाथ जोड़ के कहंदा महाराज मैं इस देश का बादशाह। कहंदे तू बादशाह? कहंदा हाँ महाराज। कहंदे तेरे तो पहला कौन सी? कहंदे मेरे पिता बहलोल लोधी। कहंदे तेरे तो बाद किसने होना है? कहंदे महाराज मेरे बेटे इब्राहिम लोधी ने। कहंदे उस तो बाद मेरे पोते ने। कहंदे वाह राजन, पल की खबर नहीं समान 100 वर्ष का। आना दम अगला आना या नहीं आना वो निरंकार जानदा है, पर तू अपने पोतियां नूं राज देण दे लई तैयार बैठा है। ये साडी सारियां दी मानसिकता है। जो बंदा आप नहीं कर सकता, बंदा कहंदा मैं नहीं DSP बन सकिया, मेरा मुंडा बन जाए। मैं नहीं कोई प्राप्ति कर सकिया, मेरा मुंडा कर जाए। अच्छा मुंडा नकम्मा निकल जाए, वे बंदा कहंदा चल पोता ही बन जाए। साडी तृष्णा है ना दूसरे नाल जुड़ जाती है। तो की होया? सतगुरु पातशाह जी कहंदे भाई तू साडा बादशाह नहीं है,
क्योंकि तेरे तो पहला कोई होर है ते तेरे तो बाद कोई होर होना है। साडा बादशाह ते निरंतर एक है, सुख सागर सुरतर चिंता मन काम तीन बस जाके, चार पदार्थ अष्ट दसासी दी नवनिध कर तलता कै। ओ परमात्मा सुखां दा सागर है, ओ निरंतर है, ओ साडा बादशाह है, ओ परमात्मा है जिहड़ा सदैव एक रस है। तो गुरु प्रेमियों, हुण सिकंदर सतगुरु जी दे नाल जदों वार्तालाप करदा है, तो वार्तालाप करन तो बाद विच सिकंदर लोधी सतगुरु रविदास महाराज जी तो नामदान लैके उन्हां दा शिष्य बनदा है। और उस समय वो जमीन जिहड़ी तुगलकाबाद दे विच है, वो दीक्षा दे वजों सतगुरु रविदास जी दे नाम दे उपर दान कीती सी। मैनूं याद है जदों अज तो 10 साल पहला मैं उस जगह ते जाके कीर्तन कीता है, तो उत्थों दे प्रबंधक कमेटियां नूं मिलिया, दिल्ली डिवेलपमेंट अथॉरिटी दे मैंबरां ने भी सानूं वो प्रूफ दिखाले सी कि वाकई ये जमीन जिहड़ी है बाबा जौहड़ जी वाला नाम दे उपर ये जमीन जिहड़ी दान है। तो उस गुरु घर का नाम बाबा जौहड़ जी वाला रखा गया, क्योंकि उत्थे जौहड़ दे थल्ले बैठ के सतगुरु रविदास महाराज जी ने भगती की सी। और उस जगह ते एक सरोवर, उस सरोवर की एक खासियत सी कि जिन्होंने पांडु रोग हो जाता सी, शरीर नूं चमड़ी दे रोग हो जाते सी, उस सरोवर की मिट्टी शरीर ते मल लैंदा सी तां वो रोग ठीक हो जाते सी। ते गुरु प्रेमियों, सतगुरु पातशाह जी नूं समझना है तो सतगुरु जी की सोच नूं अपनाउणा पैना है। क्यों अपनाउणा पैना है? कहंदे सहकी सार सुहागण जाने, ताजी अभिमान सुख रलिया माणे। आपां तां हंकार नाल भरे होए आ, मेरे तो बिना कुछ हो ही नहीं सकता, मैं नहीं करूँगा तो कोई करके दिखाल दे। ओ भाई तू नहीं तो कोई होर सही, ये दुनिया बड़ी वड्डी है, इत्थे कुछ भी हो सकता है, एवरीथिंग इज पॉसीबल, इत्थे कुछ भी संभव है। बस जे तू अपने आप नूं नीवा रखेगा, ताजे अभिमान, कहंदे अपने मन दे विचों हंकार छड्ड दे ते सुख रलिया माने, भाव अपने आप नूं उस ईश्वर दे नाल रला दे, फिर आनंद लै। आओ सतगुरां दा पावन शब्द, सहकी सार सुहागण जाने, ताजे अभिमान सुख रलिया माने। सहकी सार सुहागन जाने, सहकी सार सुहागन जाने, सहकी सार सुहागन जाने, सहकी सार सुहागन जाने। तद अभिमान, तद अभिमान सुख रलिया माने, सहकी सार सुहागन जाने, सहकी सार सुहागन जाने। तन मन देना अंतर राके, अवरा देखना सुने अपाके, अवरा देखना सुने अपाके।
सो कत जाने पीर पराई, जाके अंतर दर्द न पाई, जाके अंतर दर्द न पाई। तद अभिमान तद अभिमान शुक्र लिया माने, से की सौर सुहागन जाने, से की सौर सुहागन जाने। दुखी दुआगन दुई पकीनी, दिन ना निरंतर भगत न कीनी, दिन ना निरंतर भगत न कीनी। पूरी सलात का पंथ द्वेला, संग न साथी गबन अकेला, संग न साथी गबन अकेला। तद अभिमान तद अभिमान शुक्र लिया माने, से की सौर सुहागन जाने, से की सौर सुहागन जाने। तद अभिमान तद अभिमान शुक्र लिया माने, से की सौर सुहागन जाने, से की सौर सुहागन जाने। सो दुखिया दर्द बंद दर आया, बहुत प्यास जवाब न पाया, बहुत जवाब न पाया। कह रबदास शरण प्रभ तेरी, जो जान्यो तो कदगत मेरी, जो जानो तो कदगत मेरी। तद अभिमान तद अभिमान शुक्र लिया माने, से की सौर सुहागन जाने, से की सौर सुहागन जाने, से की सौर सुहागन जाने, से की सौर सुहागन जाने। आगण जाने तज अभिमान सुख रलिया माने। कहंदे उस परम पिता परमात्मा दी सार केवल उस परम पिता दे पुजारी ही जान सकते। देमियो सतगुरु रविदास महाराज जी दे
जो आप जी ने इतिहास श्रवण किया तुगलकाबाद का जो जमीन सतगुरु रविदास महाराज जी के नाम के उपर सिकंदर लोधी ने दान की और सतगुरु पातशाह जी अपने कर्म के अंदर सानू दर्शाते हैं कि नाम जपना ते जपाना, क्योंकि तुगलकाबाद दे विच सतगुरु जी ने 3 महीने रह के संसार नूं नाम बाणी दे नाल जोड़िया। उस बाबा जौड़ जी वाला जो स्थान है उत्ते 3 महीने रह के सतगुरु रविदास महाराज जी ने संगत नूं निरंकार नाल जोड़िया, आत्म मंथन करवाया। और अज भी वो पावन स्थान जिहड़ा है उस जगह ते विराजमान है। और समय दियां जो सरकारां हन उस स्थान नूं खोण दी कोशिश कर रही हैं, परंतु जिथे सतगुरु जी दे चरण मुबारक पए होण उस जगह वालों हर एक हवावां झुक जांदियां। और असी सतगुरु जी दे चरनां विच सतगुरु जी दे चरनां दे विच यही बेनती करांगे कि महाराज कृपा करके वो स्थान भी संगतां दी सेवा वास्ते संगतां नूं सेवा करन वास्ते आप जी बख्शिश कर देना। सो गुरु प्रेमियों, सतगुरु पातशाह जी ने सानू जीवन जीवन दे वास्ते कुछ गुण दसे हन। वो गुण किहड़े है? एक ते है पराधीनता पाप है जान लिहोरे मीत, रविदास दास पराधीन को कौन करे है प्रीत। भाव पराधीनता खत्म करो, आपो अपने कारोबार खोलो, भावें छोटा ही है। अज तुसीं देखदे हो बिहार तो भैया आके इत्थे काम करदा है, रेहड़ी लाउंदा है और वो साडे कोलों 500 या 1000 रुपया ला के रेहड़ी शुरू करदा है और अपना जीवन 1 साल बाद उहदे थल्ले हीरो हांडा हुंदा है, क्योंकि काम नाल प्यार करदा है। और असी अज भी दिहाड़ियां करन जोगे हैं। अपने कम्मां नूं खोलो तां जो कि तुसीं तरक्की कर सको, अपना कर्म अपना ही हुंदा है। ते दूसरा सतगुरु जी ने सिद्धांत दिता है, सतसंगत मिल रही है माधो जैसे मधुप मखीरा। भाव संगत दे विच सत्संग दे विच परम पिता परमात्मा सानू बख्शिश करता है कि किस तरह आपने अपने जीवन दे विच एके दे नाल रहना है, इकट्ठे होके रहना है। और जे असी सतगुरां दे सिद्धांतां नू मन्नीए फिर सानू अपने जीवन दे विच प्रेम भगती साडे जीवन दे विच होनी चाहिदी है और एक दूसरे नाल प्यार होना चाहिए है। सतगुरु जी ने मधु मक्खियां की उदाहरण दी है, सत्संगत मिल रही है माधो जैसे मधुप मखीरा। भाव मधु मक्खियां दे विच एक खासियत है कि वह आपस विच ही नहीं लड़दियां, आपस विच ही नहीं लड़दियां और आपां एक दूसरे दे नाल रल के बहिंदे ने। अपने च कमी है। जिस तरह मधु मक्खियां आपस विच ही नहीं लड़दियां, उस तरह आपां भी कदे आपस विच ही ना लड़ीए, छोटियां छोटियां गल्लां ते लड़ पैंदे। अच्छा, एक होर है कि साडे समाज दे अंदर असहनशीलता बहुत वध गई। असी किसी दी गल सहंदे ही नहीं है। भाई सहना भी सिखो और सहनशीलता का गुण जिहड़ा है वो अपने जीवन च लियाओ। जे कोई कुछ कह दिंदा है कोई गल नहीं, हरी इच्छा है। ते दूसरा, मधु मक्खियां सवेरे अपने छत्ते झोड़दियां फुल्लां ते जांदियां और सीधे ही वो रस चूसदियां ते वापस अपने छत्ते विच आउंदियां। और असी उड़दे हैं, सवेरे घरों निकलते हैं, लेकिन शाम नूं आउंदे होए ठेके ते बैठ जाते हैं। असी ठेके ते बैठ जाते हैं, पर मधु मक्खियां फुल्लां दा रस चूस के सीधियां अपने छत्ते च पहुंचदियां। ते गुरु जी ने किहड़ी शिक्षा दी कि मधु मक्खियां दी तरह रहो। ते साडे अवगुण किदां दे है
ਕਿ ਅਸੀਂ ਰਸਤੇ 'ਚ ਠੇਕੇ ਤੇ ਗੰਦਗੀ ਤੇ ਬੈਠ ਜਾਣਾ ਹੈ। ਔਰ ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਨੇ ਇੱਕ ਸਿਧਾਂਤ ਸਾਨੂੰ ਹੋਰ ਵੀ ਦਿੱਤਾ ਹੈ। ਉਹ ਸਿਧਾਂਤ ਹੈ ਮਾਧੋ ਅਵਿਦਿਆ ਹੈ ਤਕੀਨ ਵਿਵੇਕ ਦੀਪ ਮਲੀਨ। ਅਗਿਆਨਤਾ ਨੇ ਸਾਡਾ ਵਿਨਾਸ਼ ਕੀਤਾ ਹੋਇਆ ਹੈ, ਇਸ ਲਈ ਗਿਆਨਵਾਨ ਬਣੋ। ਚਾਹੇ ਬਾਣੀ ਕਿਸੇ ਵੀ ਰੂਪ ਦੇ ਵਿੱਚ ਹੈ, ਅੰਮ੍ਰਿਤ ਬਾਣੀ ਦੇ ਰੂਪ ਦੇ ਵਿੱਚ ਹੈ, ਤੁਹਾਡੇ ਕੋਲ ਅਨੇਕਾਂ ਗ੍ਰੰਥ ਉਪਲਬਧ ਹੈ। ਜਿੱਥੋਂ ਵੀ ਚੰਗੀ ਗੱਲ ਮਿਲਦੀ ਹੈ ਉਸ ਨੂੰ ਗ੍ਰਹਿਣ ਕਰੋ ਔਰ ਅੰਮ੍ਰਿਤ ਬਾਣੀ ਨੂੰ ਪੜ੍ਹੋ। ਮੇਰੀ ਤਾਂ ਇਹ ਬੇਨਤੀ ਹੈ ਕਿ ਰੁਮਾਲਿਆਂ ਦੇ ਵਿੱਚ ਰੱਖਣ ਦੀ ਬਜਾਏ ਇਹਨਾਂ ਨੂੰ ਪੜ੍ਹੋ। ਜਿੰਨਾ ਤੁਸੀਂ ਪੜ੍ਹੋਗੇ ਉਨਾ ਹੀ ਤੁਹਾਨੂੰ ਗਿਆਨ ਹੋਏਗਾ ਔਰ ਜ਼ਿੰਦਗੀ ਜਿਉਣ ਦਾ ਤਰੀਕਾ ਆਏਗਾ। ਇਹ ਮੱਥੇ ਟੇਕਣ ਲਈ ਨਹੀਂ, ਸਿਰਫ ਮੱਥੇ ਟੇਕੀ ਜਾਈਏ। ਆਪਾਂ ਇਸ ਨੂੰ ਪੜ੍ਹਨਾ ਹੈ, ਪੜ੍ਹ ਕੇ ਜੀਵਨ ਦੇ ਵਿੱਚ ਆਧਾਰ ਬਣਾਉਣਾ ਹੈ ਤੇ ਜੀਵਨ ਜਿਉਣਾ ਹੈ ਤੇ ਚੰਗੇ ਗੁਣ ਸਿੱਖਣੇ। ਕਈ ਬੰਦੇ ਕਹਿੰਦੇ ਕਿ ਬੰਦਾ ਜੀ ਆਇਆ ਵੀ ਖਾਲੀ ਆਤਾ ਹੈ ਤੇ ਜਾਣਾ ਵੀ ਖਾਲੀ ਆਤਾ ਹੈ। ਬਿਲਕੁਲ ਗਲਤ ਹੈ। ਬੰਦਾ ਆਇਆ ਖਾਲੀ ਹੱਥ ਜ਼ਰੂਰ ਹੈ ਪਰ ਜਾਂਦਾ ਕਦੇ ਖਾਲੀ ਹੱਥ ਨਹੀਂ ਹੈ, ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜੇ ਤੁਹਾਡੇ ਕੋਲ ਚੰਗਿਆਈਆਂ ਜਾਂ ਤੁਸੀਂ ਇੱਥੋਂ ਲੈ ਕੇ ਜਾਂਦੇ ਹੋ ਬੁਰਿਆਈਆਂ, ਉਹ ਧਰਮ ਦੇ ਹਜ਼ੂਰ ਵਾਚੀਆਂ ਜਾਣੀਆਂ। ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਬੁਰੇ ਬਣ ਕੇ ਜਾਣਾ ਜਾਂ ਚੰਗੇ ਬਣ ਕੇ ਜਾਣਾ। ਔਰ ਚੰਗੇ ਕੰਮ ਕਰਨੇ ਹੈ। ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ, 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 ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ। ਕੱਲੇ ਨੇ ਜਾਣਾ ਕੱਲਾ ਆ ਸੰਸਾਰ ਤੇ, ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ, ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ। बड़े बड़े सूरमे बहादुर कहाम दे, बड़े बड़े सूरमे बहादुर कहाम दे, बड़े बड़े सूरमे बहादुर कहाम दे, बड़े बड़े सूरमे बहादुर कहाम दे। देवते पारन पानी हुक्म बजाम दे, देवते पारन पानी हुक्म बजाम दे। लंका ना रही इथे सोने दी संसार ते, चंगे चंगे तू काम कर संसार ते, चंगे चंगे तू काम कर संसार ते। कल्ले ने जाना कल्ला आ संसार ते, चंगे चंगे तू काम कर संसार ते, चंगे चंगे तू काम कर संसार ते। मेरी मेरी कैरों कर दे इस संसार ते, मेरी मेरी कैरों कर दे इस संसार ते। आबरूबे कीती नारी विच दरबार दे, आबरूबे कीती नारी विच दरबार दे। देही गिरज न खाई जेड़े मारे सी हंकार ने, चंगे चंगे तू काम कर संसार ते, चंगे चंगे तू काम कर संसार ते। कल्ले ने जाना कल्ला आ संसार
संसार ते ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ ਵੇਖੇ ਨੇ ਤਨਾੜ ਜਿਹੜੇ ਖਾਲੀ ਹੱਥ ਜਾਮਦੇ ਵੇਖੇ ਨੇ ਤਨਾੜ जेड़े खाली हथ जामदे ਵੇਖੇ ਨੇ ਤਨਾੜ ਜਿਹੜੇ ਖਾਲੀ ਹੱਥ ਜਾਮਦੇ ਵੇਖੇ ਨੇ ਤਨਾੜ ਜਿਹੜੇ खाली हथ जामदे ਹੱਥੀ ਕਰ ਦਾਨ ਨਹੀਂਓ ਜਨਮ ਸਵਾਰ ਦੇ ਹੱਥੀ ਕਰ ਦਾਨ दान नहीं हो जन्म सवार दे ਪਾਈ ਪਾਈ ਜੋੜ ਛੱਡੀ ਇਸ ਸੰਸਾਰ ਤੇ ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ ਚੰਗੇ ਚੰਗੇ ਤੂੰ ਕੰਮ सारे संसार ते ਕੱਲੇ ਨੇ ਜਾਣਾ ਕੱਲਾ ਆ ਸੰਸਾਰ ਤੇ ਚੰਗੇ ਚੰਗੇ ਤੂੰ ਕੰਮ सारे संसार ते ਚੰਗੇ ਚੰਗੇ ਤੂੰ ਕੰਮ सारे संसार ते ਦਿਲ ਨਾ ਦੁਖਾਈ ਇਥੇ ਮੰਦਰ ਸੁਹਾਵਣਾ ਦਿਲ ਨਾ ਦੁਖਾਈ इथे मंदिर सुहावना ਸੇਵਾ ਕਰੀ ਸੰਗਤਾਂ ਦੀ ਨਾਮ ਨੂੰ ਤੇ ਆਵਣਾ ਸੇਵਾ ਕਰੀ संगतां दी नाम नु ते आवना ਸੇਵਾ ਕਰੀ ਸੰਗਤਾਂ ਦੀ ਨਾਮ ਨੂੰ ਤੇ ਆਵਣਾ ਸੇਵਾ ਕਰੀ ਸੰਗਤਾਂ ਦੀ दी नाम नु ते आवना ਸੰਗ ਸਾਥ ਛੱਡ ਜਾਣਾ ਦਾਸ ਓੰਕਾਰ ਨੇ ਚੰਗੇ ਚੰਗੇ ਤੂੰ ਕੰਮ कर संसार ते ਚੰਗੇ ਚੰਗੇ ਤੂੰ ਕੰਮ कर संसार ते ਕੱਲੇ ਨੇ ਜਾਣਾ ਕੱਲਾ ਆ ਸੰਸਾਰ ਤੇ ਚੰਗੇ ਚੰਗੇ ਤੂੰ ਕੰਮ कर संसार ते ਚੰਗੇ ਚੰਗੇ ਤੂੰ ਕੰਮ कर संसार ते ਚੰਗੇ ਚੰਗੇ ਤੂੰ ਕੰਮ ਕਰ ਸੰਸਾਰ ਤੇ ਚੰਗੇ ਚੰਗੇ ਤੂੰ ਕੰਮ ਸੰਸਾਰ ਤੇ ਚੰਗੇ ਕੰਮ ਤੁਹਾਡੇ ਜਿਹੜੇ ਆ ਉਹੀ ਤੁਹਾਡੇ ਨਾਲ ਸਾਥੀ ਹੋਣੇ ਆ ਕਿਉਂਕਿ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਇਸ ਲਈ ਆਪਣੇ ਜੀਵਨ ਦੇ ਵਿੱਚ ਆਪ ਸਵਾਰ ਹੈ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਦੇਖੋ ਕਿੱਡੀ ਵੱਡੀ ਸਤਿਗੁਰਾਂ ਨੇ ਸੰਦੇਸ਼ ਦਿੱਤਾ ਹੈ ਆਪ ਸਵਾਰਨ ਦਾ ਮਤਲਬ ਇਹ ਨਹੀਂ ਕਿ ਸ਼ੀਸ਼ੇ ਮੂਹਰੇ ਖੜ ਗਏ ਵਧੀਆ ਦਾੜੀ ਨੂੰ ਐਨ ਤੇਲ ਲਾ ਲਿਆ ਔਰ ਬਾਲ ਬਾਲੇ ਜਾਂ ਵਧੀਆ ਮੇਕਅਪ ਕਰ ਲਿਆ ਸਤਸੰਗ ਦੇ ਵਿੱਚ ਕਦੇ ਵੀ ਆਉਣਾ ਹੈ ਭੈਣੋ ਮੇਰੀਓ ਇਹ ਗੱਲ ਖਿਆਲ ਰੱਖਣਾ ਮਹਾਂਪੁਰਸ਼ਾਂ ਨੇ ਸਿਖਾਇਆ ਹੈ ਸਤਸੰਗ ਦੇ ਵਿੱਚ ਕਦੇ ਵੀ ਆਉਣਾ ਤਾਂ ਸਿੰਪਲ ਰਹਿ ਕੇ ਆਉਣਾ ਕਿਉਂਕਿ ਜਿੰਨੇ ਤੁਸੀਂ ਸਿੰਪਲ ਰਹੋਗੇ ਸਧਾਰਨ ਕੱਪੜੇ ਪਾਓਗੇ ਉਨਾ ਹੀ ਤੁਹਾਨੂੰ ਆਨੰਦ ਆਏਗਾ ਜੇ ਤੁਸੀਂ ਭੜਕਾਊ ਕੱਪੜੇ ਪਾ ਕੇ ਆਓਗੇ ਤਾਂ ਦੂਸਰੀਆਂ ਭੈਣਾਂ ਪਤਾ ਕੀ ਦੇਖ ਕੇ ਕਰਦੀਆਂ ਲੈ ਨਹੀਂ ਭੈਣੇ ਇਹਨੇ ਸੂਟ ਕਿੰਨਾ ਵਧੀਆ ਪਾਇਆ ਉਹ ਧਿਆਨ ਕੀਰਤਨ ਚੋਂ ਹਟ ਕੇ ਸੂਟ ਵੱਲ ਚਲੇ ਜਾਏਗਾ ਪਾਪੀ ਤੁਸੀਂ ਬਣ ਜਾਣਾ ਜਿਨ੍ਹਾਂ ਨੇ ਪਾ ਕੇ ਆਉਣਾ ਸਿੰਪਲ ਕੱਪੜੇ ਪਾ ਕੇ ਆਉਣਾ ਸਤਸੰਗ ਦੇ ਵਿੱਚ ਆਪ ਸਵਾਰੇ ਆਪਣੀਆਂ ਆਦਤਾਂ ਨੂੰ ਸੁਧਾਰਨਾ ਹੈ ਕਿਉਂਕਿ ਸਰੀਰ ਨੂੰ ਸਾਰੇ ਸਵਾਰਦੇ ਐ ਆਪਾਂ ਬਹੁਤ ਵਧੀਆ ਬਾਹਰ ਕੱਢਦੇ ਆਂ ਮੇਕਅਪ ਕਰਾਉਂਦੇ ਆਂ ਹਰ ਕੰਮ ਕਰਦੇ ਆਂ ਇਹ ਸਰੀਰ ਸਵਾਰਨਾ ਹੈ ਪਰ ਸਤਿਗੁਰੂ ਪਾਤਸ਼ਾਹ ਸਰੀਰ ਨਹੀਂ ਕਹਿੰਦੇ ਆਦਤਾਂ ਨੂੰ ਸੁਧਾਰੋ ਅੰਮ੍ਰਿਤ ਵੇਲੇ ਉਠੋ ਸੰਤਾਂ ਦੇ ਪ੍ਰਵਚਨ ਸਰਵਣ ਕਰੋ ਔਰ ਮਹਾਂਪੁਰਸ਼ਾਂ ਦੀ ਬਾਣੀ ਸੁਣੋ ਸੰਤਾਂ ਦੇ ਦਰਸ਼ਨ ਕਰੋ ਆਪਣੇ ਕੋਲ ਹਰ ਰੋਜ਼ ਸਵੇਰੇ ਕਾਂਚੀ ਟੀਵੀ ਤੇ ਆਪਾਂ ਦਰਸ਼ਨ ਕਰਦੇ ਆਂ ਰੋਜ਼ ਆਪਾਂ ਨੂੰ ਟੀਵੀ ਦੇ ਉੱਪਰ ਸਤਿਗੁਰਾਂ ਦੇ ਦਰਸ਼ਨ ਹੁੰਦੇ ਆ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਦਾ ਪ੍ਰਚਾਰ ਹੁੰਦਾ ਜੇ ਨਹੀਂ ਕਿਤੇ ਦੂਰ ਜਾ ਸਕਦੇ ਕਮ ਸੇ ਕਮ ਘਰ ਵਿੱਚ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਬਾਣੀ ਦਾ ਪ੍ਰਵਾਹ ਦੇ ਵਿੱਚ ਇਸ਼ਨਾਨ ਕਰੋ ਔਰ ਉਸ ਸਮੇਂ ਬਾਣੀ ਸਰਵਣ ਕਰਿਆ ਕਰੋ ਸੰਤਾਂ ਦੇ ਦਰਸ਼ਨ ਕਰਿਆ ਕਰੋ
ਤੇ ਗੁਰੂ ਪ੍ਰੇਮੀਓ ਫਿਰ ਆਪ ਸਵਾਰ ਹੈ ਮੈਂ ਮਿਲੇ, ਕਹਿੰਦੇ ਵੀ ਮੈਨੂੰ ਮਿਲਣ ਦੀ ਚਾਹ ਰੱਖ, ਮੇਰੇ ਮਿਲਣ ਦੇ ਲਈ ਕੋਈ ਕਰਮ ਕਰ। ਉਹ ਕੀ ਹੈ? ਨਾਮ ਜਪ। ਔਰ ਫਿਰ ਮੈਂ ਮਿਲਿਆ ਸੁਖ ਹੋਏ। ਬੰਦਾ ਇੱਕ ਇੱਕ ਸੁਖ ਨੂੰ ਕਿਤੇ ਬਾਹਰ ਭਟਕਦਾ ਫਿਰਦਾ। ਪਰਮਾਤਮਾ ਕਹਿੰਦਾ ਕਿ ਜੇ ਤੂੰ ਮੈਨੂੰ ਮਿਲ ਜਾਵੇਂ ਸੰਸਾਰ ਦੇ ਸਾਰੇ ਹੀ ਸੁੱਖ ਤੇਰੇ ਹੋ ਜਾਣਗੇ। ਫਰੀਦਾ ਜੇ ਤੂੰ ਮੇਰਾ ਹੋਈ ਰਹੀ, ਕਹਿੰਦੇ ਜੇ ਤੂੰ ਮੇਰਾ ਬਣ ਕੇ ਚੱਲੇ ਤਾਂ ਸਭ ਜੱਗ ਤੇਰਾ ਹੋਏ। ਤੇਰਾ ਸੰਸਾਰ ਜਿਹੜਾ ਨਾ ਤੇਰੇ ਅੱਗੇ ਪਿੱਛੇ ਘੁੰਮੂ। ਅੱਜ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਆਪਾਂ ਅੱਗੇ ਪਿੱਛੇ ਘੁੰਮਦੇ ਕਿਉਂ ਘੁੰਮਦੇ ਆ? ਕਿਉਂਕਿ ਇਹ ਨਿਰੰਕਾਰ ਨੂੰ ਸਮਰਪਿਤ ਹੋ ਚੁੱਕੇ ਹੈ, ਪਰਵਿਰਦਗਾਰ ਨੂੰ ਸਮਰਪਿਤ ਹੋ ਚੁੱਕੇ ਹੈ। ਔਰ ਪਰਮਾਤਮਾ ਨੇ ਆਪਣਾ ਰੂਪ, क्योंकि सुन मंडल में तेरा वासा ताथ है जाब मैं रहूं उदासा। सुन मंडल दे विच जदों इंसान प्रवेश कर जांदा है तां उस समय परमात्मा अपनियां सारियां पावरां उस शरीर दे विच भर दिंदा है। तां जो भी इंसान उस शरीर दे दर्शन करदा है वो निरंकार दे दर्शन हुंदे है, परमात्मा दे दर्शन हुंदे है। इसलिए गुरु प्रेमियों अपने जीवन दा तरीका बदलो, अपनी सोच बदलो, क्योंकि जिसकी होए भावना जैसी प्रभु मूरत तिन देखी तैसी। कहंदे परमात्मा दी मूरत उदां दी हुंदी है जिदां दी तुहाडी भावना है। और ये गल ख्याल रखना, मैं खुद असी अजमाइश की है। मैं तो सतपाल सालों जी जदों भी किते महाराज जी नूं मिलण जांदे ना, कई बारी असी घरों भुखे चल जाइदा है। कहने कि महाराज ने कह ही देना कि चलो जाके प्रसादा छको, महाराज जी का हुक्म होना है। अच्छा असी मन च धार लईदा, महाराज जी अगों हस के कहते चाह पी लो, दुध पीओ, महाराज भेज देंगे। सतपाल जी कहते ज्ञानी जी अज की गल हुई? मैं कहा अज महाराज जी कहते होने भी रोज ही ये साड़ी परीक्षा लेंदे रहंदे, अज इदे तोरो। और फिर असी अजमाइश की ये गल, रास्ते में असी रामा मंडी खड़े हो गए। रामा मंडी खड़े हो गए तो बंदा जा रहा काम तो, और काम ते आउंदा आउंदा कहंदा ज्ञानी जी एक मिनट रुकियो। मैं की गल होई? कहंदा प्रशादा छकाउणा सीगा, अज दिल करदा सी कि कोई सानू ब्रह्म ज्ञानी मिले, कोई संत मिले, असी प्रशादा छकाउणा है, साडी इच्छा सी प्रशादा छकाउण दी। कहंदा इत्थे गड्डी 'च ही छक लो, साडी तां इच्छा पूरी हो गई। मैं उस दिन देखिया कि महाराज दी रचना नू कोई जान नहीं सकदा है। असी डेरे चो तुर पै के भाई महाराज ने अज कहा ही नहीं कि सानू लंगर छक लो, अज असी उद्दां ही आ गए, पर साडे लई मोहरे प्रबंध करके बैठे। क्योंकि संत की महिमा वेद ना जाने, जेता सुने तेता वख्याने। संतां नू, संत वेद नू जानदे है, संत ग्रंथां नू जानदे आ, पर ग्रंथ संतां नू उन्ना कई जानदे आ जिन्ना को उन्हां च लिखिया है। संतां दी महिमा अपार है, इसलिए संतां दे नाल जुड़ना करो, अपना जीवन सफला करो। कथा कीर्तन करते हुए कोई भी गलत शब्द बोल हो गया होवे कृपा करके माफ़ करना। धन्नवाद करदा हाँ मैं अपने वीर रजिंदर कलेर जी का। कांची टीवी की समूह टीम है वो इत्थे विशेष तौर पर प्रोग्राम कवरेज करने वास्ते आए। साडे वीर रजिंदर कलेर जी अते उन्हां दी समूह टीम का दास वालों बहुत बहुत धन्नवाद। धन्नवाद है इत्थों दी प्रबंधक कमेटी का जिन्हां ने आप सब संगतां दे दर्शन करवाए अते सतगुरु निरंजन दास महाराज जी दे दर्शन करवाए। गुरु प्रेमियों, दास वालों कथा कीर्तन करते हुए कोई भी गलत शब्द बोल हो गया होवे, साहिब सतगुरु रविदास महाराज जी दे अंश अवतार सतगुरु निरंजन दास महाराज जी दे चरनां दे विच खलो के आप सब संगतां दे चरनां दे विच सिर रख के माफ़ी मंगदा होया आप जी तो खिमा दा जाचक हाँ। जय गुरुदेव, धन गुरुदेव।